ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਦਾ ਰੂਪ ਗੁਰਮੁਖ ਸਤਸੰਗੀ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹੋਏ ਅੱਜ ਦੇ ਇਸ ਸ਼ਬਦ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਮਨਮੁਖ ਬੰਦਾ ਉਹਦਾ ਧਰਮ ਦੇ ਨਾਮ ਉੱਪਰ ਕੀਤਾ ਗਿਆ ਧਾਰਮਿਕ ਕਰਮ, ਧਰਮ ਦਾ ਪਹਿਰਾਵਾ, ਧਰਮ ਦਾ ਲਿਬਾਸ, ਧਰਮ ਦਾ ਸ਼ਿੰਗਾਰ, ਸਤਿਗੁਰੂ ਕਹਿੰਦੇ ਉਹ ਕਿਸੇ ਕੰਮ ਨਹੀਂ ਹੈ। ਉਹਦੀ ਕੋਈ ਮਹੱਤਤਾ ਨਹੀਂ, ਕਿਉਂਕਿ ਉਹਦੇ ਵਿੱਚ ਦਿਖਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਸਤਿਗੁਰੂ ਕਹਿੰਦੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ। ਦੁਹਾਗਣੀ, ਦੁਹਾਗਣ ਉਸ ਨੂੰ ਕਹਿੰਦੇ ਨੇ ਜਿਹਨੂੰ ਛੱਡ ਦਿੱਤਾ ਗਿਆ, ਜਿਹਨੂੰ ਪਤੀ ਨੇ ਤਿਆਗ ਦਿੱਤਾ। ਦੁਹਾਗਣ ਭਾਵ ਅਰਥ ਹੈ ਕਿ ਉਹ ਮਨਮੁਖ ਜਿਹੜਾ ਵਾਹਿਗੁਰੂ ਨਾਲੋਂ ਟੁੱਟ ਗਿਆ, ਪਰ ਦੁਨੀਆ ਦੇ ਸਾਹਮਣੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸ਼ਿੰਗਾਰ ਸਵਾਰ ਕੇ ਪੇਸ਼ ਕਰਦਾ ਹੈ ਕਿ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਕਿ ਉਹ ਬੜਾ ਨੇਕ, ਬੜਾ ਧਰਮੀ, ਬੜਾ ਚੰਗੇ ਕਰਮ ਕਰਨ ਵਾਲਾ। ਸਤਿਗੁਰੂ ਕਹਿੰਦੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ। ਹੇ ਮਨ, ਦੁਹਾਗਣੀ ਦਾ ਸ਼ਿੰਗਾਰ ਦੇਖ ਕਿ ਉਹਨੇ ਕਿਵੇਂ ਆਪਣੇ ਆਪ ਨੂੰ ਸਜਾਇਆ ਸਵਾਰਿਆ। ਉਹਨੂੰ ਦੇਖ ਕੇ, ਉਹਦੇ ਸ਼ਿੰਗਾਰ ਨੂੰ, ਉਹਦੇ ਪਹਿਰਾਵੇ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਕਿ ਉਹ ਆਪਣੇ ਪਤੀ ਤੋਂ ਵਿਛੜੀ ਹੈ, ਪਤੀ ਤੋਂ ਟੁੱਟੀ ਹੋਈ ਹੈ। ਮਨਮੁਖ ਬੰਦੇ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਉਹ ਵਾਹਿਗੁਰੂ ਨਾਲੋਂ ਟੁੱਟਿਆ ਹੋਇਆ। ਇੰਜ ਲੱਗਦਾ ਕਿ ਇਹ ਤਾਂ ਬੜਾ ਚੰਗਾ ਬੰਦਾ ਹੈ, ਬੜਾ ਧਰਮੀ ਹੈ, ਇਹ ਤਾਂ ਵਾਹਿਗੁਰੂ ਨਾਲ ਜੁੜਿਆ ਹੋਣਾ, ਇਹ ਤਾਂ ਪਰਮੇਸ਼ਰ ਦੇ, ਇਹ ਤਾਂ ਪਤੀ ਦੇ ਬਹੁਤ ਨੇੜੇ ਹੋਣਾ। ਸਤਿਗੁਰੂ ਕਹਿੰਦੇ ਵੇਖ ਕੇ ਜੱਜਮੈਂਟ ਨਹੀਂ ਹੁੰਦੀ, ਵੇਖ ਕੇ ਅੰਦਾਜ਼ਾ ਨਹੀਂ ਲੱਗਦਾ। ਦੁਹਾਗਣੀ ਕਾ ਮਨ ਦੇਖ ਸ਼ਿੰਗਾਰ, ਪੁੱਤਰ ਕਲੱਤ ਧਨ ਮਾਇਆ ਚਿਤ ਲਾਏ। ਝੂਠ ਮੋਹ ਪਾਖੰਡ ਵਿਕਾਰ। ਸਤਿਗੁਰੂ ਕਹਿੰਦੇ ਆਹ ਹੈ ਉਹਦਾ ਅਸਲ ਰੂਪ, ਕਿ ਉਹਦਾ ਧਿਆਨ ਕਿੱਥੇ ਲੱਗਾ? ਉਹਦਾ ਧਿਆਨ ਲੱਗਾ ਪੁੱਤਰਾਂ ਵਿੱਚ। ਪੁੱਤਰ, ਕਲੱਤ ਇਸਤਰੀ, ਧਨ ਮਾਇਆ ਵਿੱਚ, ਦੌਲਤ ਵਿੱਚ। ਧਨ ਦੌਲਤ ਵਿੱਚ ਉਹਦਾ ਚਿੱਤ ਲੱਗਾ ਹੋਇਆ। ਬਾਹਰੋਂ ਦੇਖਣ ਨੂੰ ਹੱਥ ਵਿੱਚ ਮਾਲਾ ਫੜੀ ਹੋਈ, ਬਾਹਰੋਂ ਦੇਖਣ ਨੂੰ ਸਿਮਰਨ ਕਰਦਾ ਹੋਇਆ, ਬਾਹਰੋਂ ਦੇਖਣ ਨੂੰ ਬੜਾ ਭਜਨ ਬੰਦਗੀ ਕਰਨ ਵਾਲਾ ਬੰਦਾ ਹੈ, ਪਰ ਚਿੱਤ ਲੱਗਾ ਹੋਇਆ
ਧੀਆਂ ਪੁੱਤਾਂ ਵਿੱਚ, ਚਿੱਤ ਲੱਗਾ ਹੋਇਆ ਮਾਇਆ ਵਿੱਚ। ਉਹਦਾ ਸਿਮਰਨ ਤਾਂ ਸਿਰਫ ਦਿਖਾਵੇ ਦਾ ਹੈ, ਮਨ ਵਿੱਚ ਸਿਮਰਨ ਧੀਆਂ ਪੁੱਤਾਂ ਦਾ ਚੱਲਦਾ ਹੈ। ਧੀਆਂ ਦਾ ਤਾਂ ਕਾਹਦਾ ਚੱਲਦਾ ਹੈ, ਪੁੱਤਾਂ ਦਾ ਹੀ ਚੱਲਦਾ ਹੈ। ਮਨਮੁਖ ਬੰਦੇ ਨੂੰ ਉਹਨੂੰ ਪੁੱਤ ਹੀ ਨਜ਼ਰ ਆਉਂਦਾ ਹੈ, ਉਹਨੂੰ ਉਹੀ ਦਿਸਦਾ ਹੈ ਕਿ ਇਹੀ ਹੈ ਸਭ ਕੁਝ। ਉਸਨੂੰ ਸਮਝ ਹੀ ਨਹੀਂ ਆਉਂਦੀ, ਉਸਨੂੰ ਦਿਖਾਈ ਹੀ ਨਹੀਂ ਦਿੰਦਾ, ਕਿਉਂਕਿ ਉਹਦਾ ਮਕਸਦ, ਉਹਦਾ ਭਾਵ ਕੁਝ ਹੋਰ ਹੀ ਹੈ। ਮਨਮੁਖ ਬੰਦੇ ਨੂੰ ਸਭ ਦੇ ਅੰਦਰ ਵਾਹਿਗੁਰੂ ਨਹੀਂ ਦਿਸਦਾ। ਮਨਮੁਖ ਬੰਦੇ ਨੂੰ ਸਭ ਇੱਕੋ ਜਿਹੇ ਨਜ਼ਰ ਨਹੀਂ ਆਉਂਦੇ। ਮਨਮੁਖ ਬੰਦੇ ਨੂੰ ਕੋਈ ਚੰਗਾ ਤੇ ਕੋਈ ਮੰਦਾ ਨਜ਼ਰ ਆਉਂਦਾ ਹੈ। ਮਨਮੁਖ ਬੰਦੇ ਨੂੰ ਕੋਈ ਗੋਰਾ ਤੇ ਕੋਈ ਕਾਲਾ ਦਿਸਦਾ ਹੈ। ਮਨਮੁਖ ਬੰਦੇ ਨੂੰ ਕੋਈ ਆਪਣਾ ਤੇ ਕੋਈ ਬੇਗਾਨਾ ਦਿਸਦਾ ਹੈ। ਉਹਨੂੰ ਹਮੇਸ਼ਾ ਹੀ ਭਿੰਨ ਭੇਦ ਨਜ਼ਰ ਆਉਂਦੇ ਨੇ। ਉਸ ਨੂੰ ਲੜਕੀ ਬੁਰੀ ਤੇ ਲੜਕਾ ਚੰਗਾ ਲੱਗਦਾ ਹੈ। ਉਹਨੂੰ ਧੀ ਚੰਗੀ ਨਹੀਂ ਲੱਗਦੀ, ਉਸ ਨੂੰ ਪੁੱਤ ਚੰਗਾ ਲੱਗਦਾ ਹੈ। ਉਹਨੂੰ ਲੱਗਦਾ ਹੈ ਕਿ ਧੀ ਹੋਵੇਗੀ ਤਾਂ ਕੀ ਫਾਇਦਾ, ਕੁਝ ਵੀ ਨਹੀਂ, ਇਹਨੇ ਵਿਆਹ ਹੀ ਜਾਣਾ, ਇਹ ਆਪਣੇ ਘਰ ਚਲੀ ਜਾਏਗੀ, ਖਰਚਾ ਹੋਏਗਾ। ਪੁੱਤ ਹੋਵੇਗਾ ਉਹ ਮੇਰੀ ਵੰਸ਼ ਨੂੰ ਵਧਾਏਗਾ, ਮੇਰਾ ਕਾਰੋਬਾਰ ਸੰਭਾਲੇਗਾ, ਸਭ ਕਾਸੇ ਦੀ ਦੇਖ ਰੇਖ ਕਰੇਗਾ। ਪੁੱਤ ਦੀ ਚਾਹਨਾ ਕਰਦਾ ਹੈ। ਮਨਮੁਖ ਬੰਦੇ ਦੀ ਹਾਲਤ ਤੇ ਗੁਰਮੁਖ ਦੀ ਹਾਲਤ ਦਾ ਮੈਂ ਤੁਹਾਨੂੰ ਜ਼ਿਕਰ ਕਰਦਾ ਹਾਂ। ਇੱਕ ਆਦਮੀ, ਉਹਦੇ ਘਰ ਪਹਿਲਾਂ ਇੱਕ ਧੀ ਦਾ ਜਨਮ ਹੋਇਆ, ਫਿਰ 2-3 ਕੁ ਸਾਲ ਬਾਅਦ ਇੱਕ ਧੀ ਹੋਰ ਜੰਮ ਪਈ, 2 ਧੀਆਂ ਹੋ ਗਈਆਂ। ਫਿਰ 3-4 ਕੁ ਸਾਲ ਬਾਅਦ ਉਹਦੇ ਘਰ 2 ਬੱਚੇ ਹੋਰ ਪੈਦਾ ਹੋਏ, ਇੱਕ ਧੀ ਤੇ ਇੱਕ ਪੁੱਤਰ। ਪੁੱਤਰ ਚਾਹੁੰਦਾ ਸੀ ਕਿ ਪੁੱਤਰ ਪੈਦਾ ਹੋਵੇ ਤੇ ਵਾਹਿਗੁਰੂ ਨੇ ਧੀ ਪੁੱਤ ਇਕੱਠੇ ਦੇ ਦਿੱਤੇ, ਇੱਕ ਧੀ ਦੇ ਦਿੱਤੀ, ਇੱਕ ਪੁੱਤ ਦੇ ਦਿੱਤਾ। ਪਰ ਉਸ ਮਨਮੁਖ ਦੀ ਹਾਲਤ ਇਹ ਹੈ ਕਿ ਉਹ ਉਸ ਪੁੱਤ ਨੂੰ ਤਾਂ ਬੜਾ ਪਿਆਰ ਕਰਦਾ ਹੈ, ਪਰ ਜਿਹੜੀ ਉਹਦੇ ਨਾਲ ਧੀ ਜੰਮੀ ਹੈ ਉਹਨੂੰ ਪਿਆਰ ਨਹੀਂ ਕਰਦਾ, ਉਸ ਨੂੰ ਸੁੱਟਦਾ ਫਿਰਦਾ, ਲੋਕਾਂ ਨੂੰ ਕਹਿੰਦਾ ਫਿਰਦਾ ਕਿ ਭਾਈ ਤੁਸੀਂ ਲੈ ਲਓ, ਤੁਸੀਂ ਲੈ ਲਓ, ਰਿਸ਼ਤੇਦਾਰਾਂ ਵਿੱਚ ਕਹਿੰਦਾ ਫਿਰਦਾ ਭਾਈ ਤੁਸੀਂ ਲੈ ਲਓ, ਜਦ ਕਿ ਉਸ ਧੀ ਦੀ ਵਜ੍ਹਾ ਕਰਕੇ ਹੀ ਪੁੱਤ ਆਇਆ। ਮਨਮੁਖ ਬੰਦਾ ਐਸਾ ਹੈ ਤੇ ਉਹ ਧੀ ਜਿਹਨਾਂ ਨੂੰ ਦੇ ਦਿੱਤੀ ਉਹ ਬੜਾ ਸੁਖੀ ਵਸਦੀ ਹੈ। ਹੁਣ ਉਹ 2-3 ਸਾਲ ਦੀ ਹੋ ਗਈ, ਉਹ ਕਦੇ ਬਿਮਾਰ ਨਹੀਂ ਪਈ, ਉਹ ਬਿਲਕੁਲ ਤੰਦਰੁਸਤ ਰਹੀ। ਪਰ ਜਿਹਨੂੰ ਉਹ ਲਾਡਾਂ ਨਾਲ ਪਾਲਦਾ ਹੈ, ਸੰਭਾਲਦਾ ਹੈ, ਉਹ ਦੂਸਰੇ ਦਿਨ ਹੀ ਬਿਮਾਰ ਰਹਿੰਦਾ ਹੈ। ਜਿਹਨੂੰ ਉਹ ਬੜਾ ਪਿਆਰ ਕਰਦਾ ਹੈ ਕਿ ਮੇਰਾ ਲਾਡਲਾ ਪੁੱਤ, ਉਹਦੀ ਦੂਸਰੇ ਤੀਸਰੇ ਦਿਨ ਚੂੜ ਬਿੰਗੀ ਰਹਿੰਦੀ ਹੈ। ਇਹ ਰਿਹਾ ਮਨਮੁਖ। ਇੱਕ ਤੁਹਾਨੂੰ ਗੁਰਮੁਖ ਦੀ ਗੱਲ ਦੱਸਦਾ ਹੈ। ਲੁਧਿਆਣੇ ਵਿੱਚ ਰਹਿੰਦਾ ਹੈ, ਉਹਦੇ ਘਰ ਵਾਹਿਗੁਰੂ ਨੇ ਜੁੜਵਾ ਬੱਚੇ ਪੈਦਾ ਕੀਤੇ, 2 ਧੀਆਂ ਹੋਈਆਂ। ਉਹਨੇ ਬੜਾ ਚਾਅ ਕੀਤਾ, ਬੜੀ ਖੁਸ਼ੀ ਮਨਾਈ ਕਿ ਵਾਹਿਗੁਰੂ ਨੇ ਕਿਰਪਾ ਕੀਤੀ, ਮੇਰੇ ਘਰ ਬੱਚਿਆਂ ਦਾ ਜਨਮ ਹੋਇਆ। 4 ਕੁ ਸਾਲ ਬਾਅਦ ਉਹਦੇ ਘਰ ਦੇ ਵਿੱਚ ਫਿਰ ਖੁਸ਼ੀ ਦਾ ਮੌਕਾ ਬਣਿਆ
परमेश्वर ने एक धी ਉਹਨੂੰ ਹੋਰ ਬਖਸ਼ ਦਿੱਤੀ। ਜਦੋਂ ਉਹਦੇ ਘਰ ਵਿੱਚ ਧੀ ਨੇ, ਤੀਸਰੀ ਧੀ ਨੇ ਜਨਮ ਲੈ ਲਿਆ ਤਾਂ ਰਿਸ਼ਤੇਦਾਰਾਂ ਨੇ, ਲੋਕਾਂ ਨੇ ਖੁਸ਼ੀ ਦੇ ਵਿੱਚ ਉਹਨੂੰ ਵਧਾਈ ਤਾਂ ਕੀ ਦੇਣੀ ਸੀ, ਲੋਕ ਉਹਦੇ ਕੋਲ ਅਫਸੋਸ ਕਰਨ ਲੱਗੇ। ਜਿਵੇਂ ਉਹਦੇ ਘਰ ਵਿੱਚ ਜਨਮ ਨਹੀਂ, ਉਹਦੇ ਘਰ ਵਿੱਚ ਮੌਤ ਹੋਈ ਹੋਵੇ। ਉਹਦੇ ਸਹੁਰੇ, ਉਹਦੇ ਹੋਰ ਰਿਸ਼ਤੇਦਾਰ, ਉਹਦੀਆਂ ਆਪ ਦੀਆਂ ਭੈਣਾਂ, ਉਹਦੇ ਆਪ ਦੇ ਭਰਾ, ਸਭ। ਜਦੋਂ ਮੈਨੂੰ ਪਤਾ ਲੱਗਿਆ ਮੈਂ ਫੋਨ ਕੀਤਾ, ਮੈਂ ਫੋਨ ਕਰਕੇ ਉਹਨੂੰ ਵਧਾਈ ਦਿੱਤੀ ਤਾਂ ਉਸਨੇ ਮੈਨੂੰ ਕਿਹਾ ਕਿ ਬਲਜੀਤ ਸਿੰਘ ਤੂੰ ਪਹਿਲਾ ਆਦਮੀ ਹੈ ਜਿਹਨੇ ਫੋਨ ਕਰਕੇ ਮੈਨੂੰ ਵਧਾਈ ਦਿੱਤੀ, ਨਹੀਂ ਤਾਂ ਸਭ ਨੇ ਅਫਸੋਸ ਹੀ ਕੀਤਾ ਮੇਰੇ ਨਾਲ। ਉਸਨੇ ਮੈਨੂੰ ਇੱਕ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦਾ ਅਸੀਂ ਤੇ ਸੋਚਦੇ ਸਾਂ ਕਿ ਅਸੀਂ ਮੰਗਤੇ ਹਾਂ, ਮੈਂ ਤਾਂ ਇਹ ਸੋਚਦਾ ਸਾਂ ਕਿ ਮੈਂ ਮੰਗਤਾ, ਪਰ ਵਾਹਿਗੁਰੂ ਨੇ ਇੱਕ ਧੀ ਹੋਰ ਮੈਨੂੰ ਦੇ ਕੇ ਮੈਨੂੰ ਦਾਤਾ ਬਣਾ ਦਿੱਤਾ। ਉਹਨੇ ਮੈਨੂੰ ਇੱਕ ਧੀ ਹੋਰ ਬਖਸ਼ ਕੇ ਮੈਨੂੰ ਦਾਤਾ ਬਣਾ ਦਿੱਤਾ, ਕਿਉਂਕਿ ਧੀਆਂ ਵਾਲੇ ਹਮੇਸ਼ਾ ਦਾਤੇ ਹੁੰਦੇ ਨੇ ਤੇ ਪੁੱਤਾਂ ਵਾਲਿਆਂ ਨੂੰ ਮੰਗ ਕੇ ਲੈਣੀਆਂ ਪੈਂਦੀਆਂ ਨੇ ਕਿ ਭਾਈ ਸਾਨੂੰ ਦੇ ਦਿਓ, ਸਾਡੇ ਪੁੱਤ ਦਾ ਰਿਸ਼ਤਾ ਕਰ ਲਓ ਆਪਣੇ ਘਰ। ਉਹ ਕਹਿੰਦਾ ਮੈਂ ਤੇ ਮੰਗਤਾ ਸਮਝਦਾ ਸਾਂ ਆਪਣੇ ਆਪ ਨੂੰ, ਪਰ ਵਾਹਿਗੁਰੂ ਨੇ ਮੈਨੂੰ ਇਹ ਦਾਤ ਦੇ ਕੇ ਮੈਨੂੰ ਦਾਤਾ ਬਣਾ ਦਿੱਤਾ। ਇਹ ਹੈ ਗੁਰਮੁਖ। ਇੱਕ ਮਨਮੁਖ ਹੈ ਕਿ ਪੁੱਤ ਹਾਸਲ ਕਰਕੇ ਵੀ ਉਹ ਕੁਝ ਹਾਸਲ ਨਹੀਂ ਕਰ ਪਾਇਆ। ਇੱਕ ਗੁਰਮੁਖ ਕਿ ਜਿਹੜਾ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ। ਸਤਿਗੁਰੂ ਕਹਿੰਦੇ ਮਨਮੁਖ ਬੰਦੇ ਦਾ ਧਿਆਨ ਪੁੱਤਾਂ ਵਿੱਚ ਲੱਗਾ ਰਹਿੰਦਾ, ਪੁੱਤਰ, ਕਲੱਤ, ਇਸਤਰੀ। ਧਨ ਮਾਇਆ ਚਿਤ ਲਾਏ, ਧਨ ਵਿੱਚ ਚਿੱਤ ਲੱਗਾ, ਮਾਇਆ ਵਿੱਚ ਚਿੱਤ ਲੱਗਾ। ਉਹਦਾ ਚਿੱਤ ਮਾਇਆ ਵਿੱਚ ਹੀ ਹੈ, ਉਹਨੂੰ ਹੋਰ ਕੁਝ ਸੁੱਝਦਾ ਹੀ ਨਹੀਂ। ਹਰ ਵੇਲੇ ਮਾਇਆ ਵਿੱਚ ਚਿੱਤ। ਘਰ ਬੈਠਾ ਹੈ ਤਾਂ ਵੀ ਮਾਇਆ ਵਿੱਚ ਚਿੱਤ, ਗੁਰਦੁਆਰੇ ਆ ਗਿਆ ਤਾਂ ਵੀ ਮਾਇਆ ਵਿੱਚ ਚਿੱਤ, ਦੁਕਾਨ ਤੇ ਚਲਾ ਗਿਆ ਤਾਂ ਵੀ ਮਾਇਆ ਵਿੱਚ ਚਿੱਤ, ਰਿਸ਼ਤੇਦਾਰੀ ਵਿੱਚ ਚਲਾ ਗਿਆ ਉੱਥੇ ਵੀ ਮਾਇਆ ਵਿੱਚ ਚਿੱਤ। ਜਿੱਥੇ ਵੀ ਜਾਂਦਾ ਹੈ ਚਿੱਤ ਮਾਇਆ ਵਿੱਚ ਲੱਗਾ ਹੈ। ਉਹਨੂੰ ਮਾਇਆ ਤੋਂ ਬਿਨਾਂ, ਪੈਸੇ ਤੋਂ ਬਿਨਾਂ ਹੋਰ ਕੁਝ ਸੁੱਝਦਾ ਹੀ ਨਹੀਂ। ਉਹਨੂੰ ਸਿਰਫ ਮਾਇਆ ਹੀ ਦਿਸਦੀ, ਪੈਸਾ ਹੀ ਦਿਸਦਾ ਹੈ। ਉਹਦੇ ਲਈ ਪੈਸਾ ਹੀ ਸਭ ਕੁਝ ਹੈ, ਉਹਦੇ ਲਈ ਮਾਇਆ ਹੀ ਸਭ ਕੁਝ ਹੈ। ਬੰਦਾ ਇਸੇ ਤਰ੍ਹਾਂ ਉਲਝਦਾ ਹੈ। ਕੋਈ ਧੀਆਂ ਪੁੱਤਾਂ ਵਿੱਚ ਉਲਝਿਆ ਰਹਿੰਦਾ ਹੈ, ਕੋਈ ਧੀਆਂ ਪੁੱਤਾਂ ਦੀ ਖਾਤਰ ਪੈਸੇ ਵਿੱਚ ਉਲਝਿਆ ਰਹਿੰਦਾ ਹੈ, ਤੇ ਕੋਈ ਪੈਸੇ ਵਿੱਚ ਉਲਝ ਕੇ ਧੀਆਂ ਪੁੱਤਾਂ ਨੂੰ ਭੁੱਲ ਜਾਂਦਾ ਹੈ। ਕੋਈ ਰੁਤਬਾ, ਅਹੁਦਾ ਹਾਸਲ ਕਰਨ ਲਈ ਪੈਸਾ ਵੀ ਲਾ ਦਿੰਦਾ ਹੈ, ਧੀਆਂ ਪੁੱਤਾਂ ਨੂੰ ਵੀ ਛੱਡ ਜਾਂਦਾ ਹੈ, ਪਰ ਉਲਝੇ ਮਾਇਆ ਵਿੱਚ ਹੀ ਰਹਿੰਦੇ ਨੇ। ਸਭ ਮਾਇਆ ਵਿੱਚ ਹੀ ਉਲਝੇ ਰਹਿੰਦੇ ਨੇ, ਕਿਉਂਕਿ ਇਹ ਸਭ ਮਾਇਆ ਹੀ ਹੈ। ਸਤਿਗੁਰੂ ਕਹਿੰਦੇ ਝੂਠ, ਮੋਹ, ਪਾਖੰਡ, ਵਿਕਾਰ। ਮਾਇਆ ਦੇ ਵਿੱਚ ਬੰਦਾ ਝੂਠਾ, ਮੋਹ ਵਿੱਚ ਫਸਿਆ, ਪਖੰਡ। ਉਹਦੇ ਕੋਲ ਪਖੰਡ ਹੈ, ਹੋਰ ਕੁਝ ਵੀ ਨਹੀਂ। ਮਾਇਆਧਾਰੀ ਬੰਦਾ ਬੜਾ ਪਖੰਡੀ ਹੈ। ਪਖੰਡੀ ਮਤਲਬ ਕਿ ਜਿਹਦੇ ਕੋਲ ਸੱਚ ਕੁਝ ਵੀ ਨਹੀਂ ਹੈ, ਝੂਠ ਹੀ ਝੂਠ ਹੈ। ਸਿਮਰਨ ਹੈ ਨਹੀਂ, ਪਰ ਸਿਮਰਨ ਦਾ ਦਿਖਾਵਾ ਹੈ। ਨੇਕੀ ਚੰਗਿਆਈ ਹੈ ਨਹੀਂ, ਪਰ ਨੇਕੀ ਚੰਗਿਆਈ ਦਾ ਦਿਖਾਵਾ ਹੈ। ਮਿੱਠਾ ਸੁਭਾਅ ਹੈ ਨਹੀਂ, ਪਰ ਮਿੱਠ ਬੋਲਣ ਦਾ ਪਖੰਡ ਹੈ। ਐਸੇ ਬਹੁਤ ਸਾਰੇ ਲੋਕ ਨੇ ਸਾਡੇ ਸਮਾਜ ਵਿੱਚ ਕਿ ਅੰਦਰ ਕੜੱਤਣ ਭਰੀ ਹੁੰਦੀ ਹੈ, ਪਰ ਬਾਹਰੋਂ ਮਿੱਠੇ ਬੋਲਣ ਦਾ ਪਖੰਡ ਕਰਦੇ ਨੇ। ਤੇ ਇਹੋ ਜਿਹੇ ਬੰਦੇ ਦਾ ਪਖੰਡ ਪਕੜ ਵਿੱਚ ਆ ਜਾਂਦਾ ਜੇ ਤੁਸੀਂ ਥੋੜਾ ਜਿਹਾ ਧਿਆਨ ਦੇਵੋ।
क्योंकि वो लोड़ तो वध मिठा बोलदा है, लोड़ तो वध मिठास दिखाउण दा यतन करदा है, ते लोड़ तो वध तुहानूं पता है हर चीज़ जिहड़ी है नुकसानदेह हुंदी है। ਉਹ करके दिखाउंदा है, ਉਹ बन के दिखाउंदा है जो ਉਹ हुंदा ही नहीं। हंकारी बंदा निमरता दा ढोंग करदा है ते ਉਹਦੀ निमरता दे विचों भी ਉਹਦਾ हंकार झलक पैंदा है, ਉਹਦੀ निमरता विच भी ਉਹਦਾ हंकार दिस पैंदा है। इसलिए सतगुरु समझाउंदे, सतगुरु कहंदे इस तरह दा श्रृंगार है दुहागण दा, दुहागणी का मन देख श्रृंगार। आ है दुहागण दा श्रृंगार कि पुत्र कलत्तर विच उहदा मन लगा होया है, धन विच उहदा मन लगा होया है, झूठ ते मोह पखंड विच विकारां विच वो फसिया होया, ते बाहरों धर्मी, बाहरों पूजा पाठ, बाहरों सिमरन साधना, बाहरों दान पुण्य। सतगुरु कहंदे बाहर पखंड ते अंदर कुछ होर। सतगुरु कहंदे जिन मन होर मुख होर से कांडे कच्चे आ, उन्हां नूं कच्चे कहा जांदा है जिहड़े मन विच कुछ होर होण ते जुबान तो कुछ होर होण। गुरु अमरदास महाराज कहंदे मन मुख झूठो झूठ कमावे। मनमुख बंदा झूठ ही झूठ कमाउंदा है। मनमुख बंदा सिर्फ झूठ की कमाई करता है, उहदे कोल झूठ तो बिना जीवन विच होर कुछ है ही नहीं। उहदे कोल झूठ तो बिना होर कुछ भी नहीं। मनमुख झूठो झूठ कमावे। सतगुरु कहंदे वो झूठ कमाउंदा है। ਉਹ ਕਮਾਈ ਕਰਦਾ ਜੋ ਉਹਦੇ ਕੋਲ ਹੁੰਦੀ ਹੋਈ ਨਹੀਂ। ਉਹ ਧਰਮ ਦਾ ਦਿਖਾਵਾ ਕਰਕੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰਦਾ ਕਿ ਮੈਂ ਧਾਰਮਿਕ ਹਾਂ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰਨ ਨਾਲ ਖਸਮੈ ਕਾ ਮਹਿਲ ਕਦੇ ਨਾ ਪਾਵੇ। ਝੂਠ ਰਾਹੀਂ वाहिगुरु दा उस परमेश्वर दा दर ओदा महल कदे भी हासिल नहीं हुंदा। झूठा बंदा झूठ बोल के दुनिया विच भावें प्रवान हो जावे पर वो वाहिगुरु दे दर प्रवान नहीं हुंदा। झूठा बंदा झूठ बोल के किसी कोर्ट कचहरी विच भावें जित जावे पर वो वाहिगुरु दे दर नहीं जितदा। वो अपनियां झूठियां गल्लां राहीं रो के झूठा रुदन करके दुनिया नूं अपने आप नूं सच्चा सिद्ध करके दिखा सकदा है। क्योंकि पखंड करेगा, एक्टिंग करेगा ते ओदी एक्टिंग तो हो सकता है कि लोग रीझ जान, लोग प्रसन्न हो जान। जिमें फिल्मी एक्टरां दे तो लोग रीझ जाते हैं, खुश हो जाते हैं कि बड़ी वधिया एक्टिंग करता है, कि उन्हां दी एक्टिंग बिल्कुल असली लगती है कि जिमें वो असल विच ही ऐसा करते होण, जबकि वो सब झूठ हुंदा है। पखंड दा मतलब यही है कि वो करना जो बंदा असल विच हुंदा ही नहीं, पर प्रगट इस तरह करता है, काम इस तरह करता है कि जिमें ओही सच होवे। इसलिए सतगुरु कहंदे ऐसा बंदा वाहिगुरु दे दर कदे भी प्रवान नहीं हुंदा। खसमै का महल कदे ना पावे। वाहिगुरु दे दर कदे भी नहीं अपड़दा, नेड़े तेड़े भी नहीं आउंदा। ਉਹਦੇ ਚਰਨਾਂ ਵਿੱਚ ਉਹਨੂੰ ਥਾਂ ਹੀ ਨਹੀਂ ਮਿਲਦੀ। ਸਰੀਰ ਕਰਕੇ ਭਾਵੇਂ ਨੇੜੇ ਆ ਜਾਵੇ ਪਰ ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜ ਪਾਉਂਦਾ। ਇਸ ਲਈ ਸਤਿਗੁਰੂ ਕਹਿੰਦੇ
ਦੂਜੈ ਲੱਗੀ ਭਰਮ ਭੁਲਾਵੈ। ਦੁਹਾਗਣੀ ਉਹ ਮਨਮੁਖ ਮਾਇਆ ਦੇ ਮੋਹ ਵਿੱਚ ਲੱਗੀ ਹੋਈ, ਭਟਕਣਾ ਵਿੱਚ, ਭ੍ਰਮਣ ਵਿੱਚ ਪਈ ਰਹਿੰਦੀ, ਭਰਮ ਵਿੱਚ ਭੁੱਲਿਆ ਰਹਿੰਦਾ। ਸਾਰੀ ਜ਼ਿੰਦਗੀ ਉਹਦਾ ਮਨ ਮਾਇਆ ਦੀ ਖਾਤਰ ਹੀ ਭਟਕਦਾ ਰਹਿੰਦਾ, ਸਾਰੀ ਜ਼ਿੰਦਗੀ ਮਾਇਆ ਦੇ ਮਗਰ ਹੀ ਦੌੜਦਿਆਂ ਗੁਜ਼ਰ ਜਾਂਦੀ। ਦੂਜੈ ਲੱਗੀ ਭਰਮ ਭੁਲਾਵੈ, ਮਮਤਾ ਬਾਧਾ ਆਵੈ ਜਾਵੈ। ਮਾਇਆ ਦੀ ਮਮਤਾ, ਮਾਇਆ ਦਾ ਮੋਹ ਉਹਦੇ ਵਿੱਚ ਬੱਝਾ ਹੋਇਆ ਸਤਿਗੁਰੂ ਕਹਿੰਦੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਮਾਇਆ ਦੀ ਮਮਤਾ ਹੀ ਇੰਨੀ ਹੈ ਉਹਦੇ ਅੰਦਰ ਕਿ ਉਹਨੂੰ ਛੱਡਣ ਲਈ ਕਿਸੇ ਵੀ ਤਰ੍ਹਾਂ ਤਿਆਰ ਨਹੀਂ ਹੁੰਦਾ। ਲੋਕ ਮਾਇਆ ਨੂੰ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਲੋਕ ਮਰਨਾ ਪ੍ਰਵਾਨ ਕਰ ਲੈਂਦੇ ਨੇ, ਪਰ ਮਾਇਆ ਨੂੰ ਛੱਡਣਾ ਪ੍ਰਵਾਨ ਨਹੀਂ ਕਰਦੇ। ਕਿਉਂਕਿ ਮਾਇਆ ਦਾ ਮੋਹ ਐਸਾ ਹੈ, ਚੀਜ਼ਾਂ, ਪੈਸਾ, ਰੁਤਬੇ, ਦੌਲਤ, ਸ਼ੌਹਰਤ, ਮਾਣ, ਵਡਿਆਈ, ਇਹ ਸਾਰੇ ਮਾਇਆ ਦੇ ਹਿੱਸੇ ਨੇ। ਇਹਨਾਂ ਨੂੰ ਕਿਸੇ ਵੀ ਕੀਮਤ ਤੇ ਬੰਦਾ ਛੱਡਣਾ ਨਹੀਂ ਚਾਹੁੰਦਾ। ਬੰਦਾ ਕਹਿੰਦਾ ਮਰ ਜਾਊਂਗਾ ਪਰ ਛੱਡੂੰਗਾ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰੂ ਕਹਿੰਦੇ ਲੋਕ ਜ਼ਮੀਨ ਦੇ ਟੁਕੜੇ ਦੀ ਖਾਤਰ ਲੜਦੇ ਨੇ, ਮਰਦੇ ਮਾਰਦੇ ਨੇ, ਤੇ ਜ਼ਮੀਨ ਦਾ ਮਾਲਕ ਜ਼ਮੀਨ ਦੀ ਖਾਤਰ ਹੰਕਾਰ ਦੇ ਵਿੱਚ ਐਸਾ ਕਹਿੰਦਾ ਕਿ ਹਮਰੀ ਭੂਮ ਘਾਲੈ ਕੌਣ ਪੈਰ, ਕਿ ਕਿਸੇ ਦੀ ਕੀ ਹਿੰਮਤ ਕਿ ਮੇਰੀ ਜ਼ਮੀਨ ਦੇ ਵਿੱਚ ਕੋਈ ਪੈਰ ਵੀ ਪਾ ਜਾਵੇ। ਸਤਿਗੁਰੂ ਕਹਿੰਦੇ ਐਸਾ ਹੈ ਮਨਮੁਖ, ਮਮਤਾ ਵਿੱਚ ਫਸਿਆ, ਮੋਹ ਵਿੱਚ ਫਸਿਆ, ਇਸ ਲਈ ਕੁਝ ਵੀ ਹਾਸਲ ਨਹੀਂ ਕਰ ਪਾਉਂਦਾ, ਖਾਲੀ ਰਹਿ ਜਾਂਦਾ ਹੈ। ਮਮਤਾ ਬਾਧਾ ਆਵੈ ਜਾਏ, ਤੇ ਇਸ ਮੋਹ ਵਿੱਚ ਬੱਝਾ ਹੋਇਆ, ਜ਼ਮੀਨ ਦੇ ਮੋਹ ਵਿੱਚ, ਪੈਸੇ ਦੇ ਮੋਹ ਵਿੱਚ, ਉਹ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ, ਬਾਰ-ਬਾਰ ਜੰਮਣ ਮਰਨ ਵਿੱਚ ਉਲਝਦਾ ਹੈ। ਦੁਹਾਗਣੀ ਕਾ ਮਨ ਦੇਖ ਸ਼ਿੰਗਾਰ, ਮਨ ਦੁਹਾਗਣੀ ਦਾ ਸ਼ਿੰਗਾਰ ਦੇਖ ਕਿ ਦੁਹਾਗਣੀ ਨੇ ਕਿਵੇਂ ਆਪਣੇ ਆਪ ਨੂੰ ਸਜਾਇਆ ਹੋਇਆ, ਸਵਾਰਿਆ ਹੋਇਆ। ਛੁੱਟੜ ਇਸਤਰੀ, ਉਸਨੇ ਆਪਣੇ ਆਪ ਨੂੰ ਬਹੁਤ ਸਜਾਇਆ, ਸ਼ਿੰਗਾਰਿਆ ਹੋਇਆ। ਸਤਿਗੁਰੂ ਕਹਿੰਦੇ ਮਨਮੁਖ ਬੰਦੇ ਦੀ ਹਾਲਤ ਐਸੀ ਹੈ। ਪੁੱਤਰ ਕਲੱਤ ਧਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ ਰਹਾਉ। ਸਦਾ ਸੁਹਾਗਣ ਜੋ ਪ੍ਰਭ ਭਾਵੈ। ਸੁਹਾਗਣ ਸਤਿਗੁਰੂ ਕਹਿੰਦੇ ਉਸ ਨੂੰ ਕਹਿੰਦੇ ਨੇ ਜੋ ਆਪਣੇ ਪ੍ਰਭੂ ਨੂੰ, ਆਪਣੇ ਪਤੀ ਨੂੰ ਭਾ ਜਾਵੇ, ਜੋ ਆਪਣੇ ਪਤੀ ਨੂੰ ਚੰਗੀ ਲੱਗ ਗਈ, ਸੁਹਾਗਣ ਉਹ ਹੈ। ਸੁਹਾਗਣੀ ਉਹ ਨਹੀਂ ਹੈ ਕਿ ਪਤੀ ਨੂੰ ਚੰਗਾ ਹੀ ਨਹੀਂ ਲੱਗਾ ਤੇ ਸਾਰੀ ਦੁਨੀਆ ਨੂੰ ਆਪਣਾ ਰੂਪ ਵਿਖਾਉਂਦੀ ਫਿਰੇ। ਸਤਿਗੁਰੂ ਕਹਿੰਦੇ ਉਹ ਸੁਹਾਗਣ ਨਹੀਂ। ਇੱਥੇ ਹਾਲਤ ਬੰਦੇ ਦੀ ਐਸੀ ਹੈ ਕਿ ਬੰਦਾ ਗੁਰੂ ਨੂੰ ਖੁਸ਼ ਕਰਨ ਲਈ ਜਾਂ ਗੁਰੂ ਨੂੰ ਪ੍ਰਸੰਨ ਕਰਨ ਲਈ ਸੇਵਾ ਸਿਮਰਨ ਨਹੀਂ ਕਰਦਾ, ਉਹ ਲੋਕਾਂ ਨੂੰ ਪ੍ਰਸੰਨ ਕਰਨ ਲਈ ਕਰਦਾ ਹੈ ਕਿ ਲੋਕ ਵੇਖ ਲੈਣ, ਦੁਨੀਆ ਵੇਖ ਲਵੇ ਭਾਈ। ਤੇ ਦੁਨੀਆ ਨੂੰ ਵਿਖਾ ਕੇ ਕੀ ਕਰਾਂਗੇ? ਦੁਨੀਆ ਕੋਈ ਸਾਡੇ ਤੋਂ ਖੁਸ਼ ਥੋੜੀ ਨਾ ਹੋਣ ਵਾਲੀ। ਦੁਨੀਆ ਨੇ ਕੀ ਲੈਣਾ ਸਾਡੀ ਸੇਵਾ ਤੋਂ, ਅਸੀਂ ਕਰੀਏ ਜਾਂ ਨਾ ਕਰੀਏ। ਤੁਸੀਂ ਸੇਵਾ ਕਰੋਗੇ, ਦੁਨੀਆ ਨੇ ਤਾਂ ਵੀ ਨਹੀਂ ਤੁਹਾਨੂੰ ਬਖਸ਼ਣਾ, ਨਹੀਂ ਕਰੋਗੇ ਉਹਨਾਂ ਨੇ ਤਾਂ ਵੀ ਨਹੀਂ ਬਖਸ਼ਣਾ। ਤੁਸੀਂ ਆਸਤਕ ਹੋ ਜਾਵੋ, ਲੋਕ ਤਾਂ ਵੀ ਤੁਹਾਨੂੰ ਮੰਦਾ ਬੋਲਣਗੇ। ਤੁਸੀਂ ਨਾਸਤਕ ਹੋ ਜਾਵੋ, ਤੁਸੀਂ ਤਾਂ ਵੀ ਤੁਹਾਨੂੰ ਮੰਦਾ ਬੋਲਣਗੇ। ਇਸ ਲਈ ਸੰਸਾਰ ਦੇ ਲੋਕ ਉਹ ਕਦੇ ਕਿਸੇ ਬੰਦੇ ਨਾਲ ਸਹਿਮਤ ਨਹੀਂ।
ਸਾਰੀ ਜ਼ਿੰਦਗੀ ਬੰਦਾ ਸੰਸਾਰ ਦੀ ਫਿਕਰ ਕਰਦਾ ਰਹਿੰਦਾ, ਲੋਕਾਂ ਦੀ ਫਿਕਰ ਕਰਦਾ ਰਹਿੰਦਾ ਕਿ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਇਸ ਲਈ ਬੰਦੇ ਦੇ ਧਾਰਮਿਕ ਕਰਮ, ਪੂਜਾ ਪਾਠ ਇਹ ਵੀ ਲੋਕਾਂ ਦੀ ਖਾਤਰ ਹੀ ਹੁੰਦੇ ਨੇ। ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਬਹੁਤ ਸਾਰੇ ਲੋਕ ਧਾਰਮਿਕ ਕਰਮ ਕਰਦੇ ਨੇ, ਨਾ ਚਾਹੁੰਦਿਆਂ ਹੋਇਆਂ। ਦਿਲ ਨਹੀਂ ਕਰਦਾ ਕਰਨ ਨੂੰ, ਪਰ ਉਹ ਦੁਨੀਆ ਦੀ ਖਾਤਰ ਕਿ ਲੋਕ ਕਹਿਣਗੇ ਕਿ ਕੈਸਾ ਬੰਦਾ ਹੈ ਕਿ ਇਹਦੇ ਕੋਲ ਪਾਠ ਵੀ ਨਹੀਂ ਕਰਾ ਹੋਇਆ, ਬਸ ਇਸ ਕਰਕੇ ਕਰਦੇ ਨੇ। ਕਿ ਲੋਕ ਕਹਿਣਗੇ ਕਿ ਇਹਦੇ ਕੋਲੋਂ 4 ਪੈਸੇ ਸੇਵਾ 'ਚ ਨਹੀਂ ਪਾ ਹੋਏ, ਚਲੋ ਠੀਕ ਹੈ ਭਾਈ ਪਾ ਦਿਓ, ਬਸ ਇਸ ਖਾਤਰ। ਸਤਿਗੁਰੂ ਕਹਿੰਦੇ ਸੁਹਾਗਣ ਉਹ ਹੈ ਜੋ ਵਾਹਿਗੁਰੂ ਨੂੰ ਭਾ ਜਾਵੇ, ਜੋ ਪਤੀ ਨੂੰ ਭਾ ਜਾਏ। ਸਿੱਖ ਉਹ ਹੈ ਜਿਹੜਾ ਗੁਰੂ ਨੂੰ ਭਾ ਗਿਆ, ਗੁਰੂ ਨੂੰ ਚੰਗਾ ਲੱਗ ਗਿਆ। ਬਸ ਗੁਰੂ ਨੂੰ ਚੰਗੇ ਲੱਗਣ ਦੀ ਕੋਸ਼ਿਸ਼ ਕਰਨਾ, ਦੁਨੀਆ ਨੂੰ ਚੰਗੇ ਲੱਗਣ ਲਈ ਨਹੀਂ। ਪ੍ਰਿਥੀਆ ਦੁਨੀਆ ਨੂੰ ਚੰਗੇ ਲੱਗਣ ਵਾਸਤੇ ਯਤਨ ਕਰਦਾ ਰਿਹਾ ਕਿ ਮੈਂ ਸਿੱਖਾਂ ਨੂੰ ਚੰਗਾ ਲੱਗ ਜਾਵਾਂ, ਮੈਂ ਸੰਗਤ ਨੂੰ ਚੰਗਾ ਲੱਗ ਜਾਵਾਂ। ਇਸ ਲਈ ਉਹ ਨਿਰੰਤਰ ਯਤਨਸ਼ੀਲ ਰਿਹਾ। ਇਸ ਲਈ ਉਹਨੇ ਬਹੁਤ ਸਾਰੇ ਸਿੱਖਾਂ ਨੂੰ, ਲੋਕਾਂ ਨੂੰ ਆਪਣੇ ਨਾਲ ਰਲਾ ਲਿਆ, ਪਰ ਉਹ ਗੁਰੂ ਨਾਲ ਨਹੀਂ ਜੁੜ ਸਕਿਆ, ਗੁਰੂ ਨੂੰ ਆਪਣੇ ਨਾਲ ਨਹੀਂ ਸਹਿਮਤ ਕਰ ਸਕਿਆ। ਕਿਉਂ? ਕਿਉਂਕਿ ਉਸਨੇ ਗੁਰੂ ਨੂੰ ਖੁਸ਼ ਕਰਨ ਦਾ ਕੋਈ ਯਤਨ ਕੀਤਾ ਹੀ ਨਹੀਂ। ਉਸਨੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਲੋਕ ਥੋੜੇ ਬਹੁਤ ਹੋ ਵੀ ਗਏ, ਪਰ ਹਾਸਲ ਕੁਛ ਨਹੀਂ ਹੋਇਆ। ਪਰ ਅਖੀਰ ਲੋਕਾਂ ਨੇ ਇਹੀ ਕਿਹਾ ਕਿ ਜੋ ਗੁਰੂ ਰਾਮਦਾਸ ਕਰਨਗੇ ਉਹੀ ਠੀਕ, ਕਿਉਂਕਿ ਉਹਨਾਂ ਦੀ ਮਰਜ਼ੀ ਹੈ, ਉਹ ਜੋ ਜਿਹਨੂੰ ਦਾਤ ਦੇਣਾ ਚਾਹਣ ਉਹਨੂੰ ਦੇਣਗੇ। ਪਰ ਦੂਸਰੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਸੇਵਾ ਕਰੀ ਪਰ ਦਿਖਾਵਾ ਨਹੀਂ ਕਰਿਆ। ਉਹਨਾਂ ਨੇ ਸਿਮਰਨ ਕਰਿਆ ਪਰ ਦਿਖਾਵਾ ਨਹੀਂ ਕਰਿਆ। ਸਾਰਾ ਕੁਝ ਸਾਂਭ ਸੰਭਾਲ ਕੀਤੀ ਪਰ ਦਿਖਾਵਾ ਨਹੀਂ ਕਰਿਆ। ਇਸ ਲਈ ਗੁਰੂ ਨੂੰ ਭਾ ਗਏ ਤੇ ਗੁਰੂ ਨੇ ਆਪਣੀ ਥਾਂ ਬਿਠਾ ਦਿੱਤਾ। ਇਸ ਲਈ ਸਤਿਗੁਰੂ ਕਹਿੰਦੇ ਸਦਾ ਸੁਹਾਗਣ ਜੋ ਪ੍ਰਭ ਭਾਵੈ। ਜੋ ਪ੍ਰਭੂ ਨੂੰ ਭਾ ਗਈ ਉਹ ਸੁਹਾਗਣ। ਗੁਰ ਸ਼ਬਦੀ ਸ਼ਿੰਗਾਰ ਬਣਾਵੇ। ਗੁਰੂ ਦੇ ਸ਼ਬਦ ਰਾਹੀਂ ਜੋ ਆਪਣੇ ਆਪ ਨੂੰ ਸ਼ਿੰਗਾਰੇ, ਜਿਹਨੇ ਗੁਰੂ ਦੇ ਸ਼ਬਦ ਰਾਹੀਂ ਖੁਦ ਨੂੰ ਸ਼ਿੰਗਾਰਿਆ, ਆਪਣੇ ਅੰਦਰੋਂ ਔਗਣਾਂ ਨੂੰ ਕੱਢਿਆ, ਗੁਣਾਂ ਨੂੰ ਧਾਰਨ ਕੀਤਾ, ਆਹ ਸ਼ਿੰਗਾਰ ਜਿਹਨੇ ਕਰਿਆ। ਗੁਰ ਸ਼ਬਦੀ ਸ਼ਿੰਗਾਰ ਬਣਾਵੇ, ਸੇਜ ਸੁਖਾਲੀ ਅਨ ਦਿਨ ਹਰ ਰਾਵੇ। ਉਹਦੀ ਸੇਜ ਸੁਖ ਵਾਲੀ, ਉਹਦਾ ਹਿਰਦਾ ਰੂਪੀ ਸੇਜ ਸੁਖ ਨਾਲ ਵਸਦਾ ਹੈ, ਕਿਉਂਕਿ ਉਸ ਸੇਜ ਉੱਤੇ ਵਾਹਿਗੁਰੂ ਆ ਵਿਰਾਜਦਾ ਹੈ। ਸੇਜ ਸੁਖਾਲੀ ਅਨ ਦਿਨ ਹਰ ਰਾਵੈ, ਮਿਲ ਪ੍ਰੀਤਮ ਸਦਾ ਸੁਖ ਪਾਵੈ। ਆਪਣੇ ਪ੍ਰੀਤਮ ਨਾਲ ਮਿਲ ਕੇ ਉਹ ਹਮੇਸ਼ਾ ਸੁਖ ਪਾਉਂਦੀ ਹੈ। ਉਹਨੂੰ ਸਦੀਵ ਸੁਖ ਮਿਲ ਜਾਂਦਾ ਹੈ। ਜਿਹਨੂੰ ਪਤੀ ਪਰਮਾਤਮਾ ਮਿਲ ਗਿਆ, ਜਿਹਨੂੰ ਗੁਰੂ ਮਿਲ ਪਿਆ, ਉਸ ਨੂੰ ਸੁਖ ਹੀ ਸੁਖ ਹੈ, ਉਹਨੂੰ ਆਨੰਦ ਹੀ ਆਨੰਦ ਹੈ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ। ਉਹੀ ਸੁਹਾਗਣ ਸੱਚੀ ਹੈ ਜਿਹਨੂੰ ਸੱਚੇ ਵਾਹਿਗੁਰੂ ਨਾਲ ਪਿਆਰ ਹੈ, ਜਿਹਦਾ ਪ੍ਰੇਮ ਸੱਚਾ ਹੈ। ਜਿਸ ਸਾਚ ਪਿਆਰ, ਜਿਹਦਾ ਸੱਚ ਵਿੱਚ ਪਿਆਰ ਪਿਆ, ਜਿਹਦਾ ਪ੍ਰੇਮ ਸੱਚਾ ਹੈ, ਜਿਹਦੇ ਪ੍ਰੇਮ ਵਿੱਚ ਝੂਠ ਰੱਤੀ ਭਰ ਵੀ ਨਹੀਂ ਹੈ, ਜਿਹਦੇ ਪ੍ਰੇਮ ਵਿੱਚ ਜਰਾ ਵੀ ਝੂਠ ਨਹੀਂ, ਜਿਹਦੇ ਪ੍ਰੇਮ ਵਿੱਚ ਸੱਚਾਈ ਹੈ। ਉਹਦਾ ਪ੍ਰੇਮ ਦਿਖਾਵੇ ਦਾ ਨਹੀਂ ਹੈ, ਉਹਦਾ ਪ੍ਰੇਮ ਚੀਜ਼ਾਂ ਦਾ ਨਹੀਂ ਹੈ। ਦੁਨੀਆ ਚੀਜ਼ਾਂ ਖਾਤਰ ਪ੍ਰੇਮ ਕਰਦੀ ਹੈ ਕਿ ਜਦੋਂ ਤੱਕ ਚੀਜ਼ ਨਹੀਂ ਮਿਲਦੀ ਉਦੋਂ ਤੱਕ ਬੜਾ ਪ੍ਰੇਮ ਦਿਖਾਉਂਦੇ ਨੇ, ਉਦੋਂ ਤੱਕ ਬੜੀ ਸੇਵਾ ਕਰਦੇ ਨੇ, ਪਰ ਜਦੋਂ ਚੀਜ਼ ਮਿਲ ਜਾਂਦੀ ਹੈ ਉਦੋਂ ਕੋਈ ਪ੍ਰੇਮ ਨਹੀਂ। ਐਸਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਤੱਕ ਜ਼ਮੀਨ ਪਿਓ ਦੇ ਨਾਮ ਹੈ ਤਾਂ ਪੁੱਤਰ ਉਹਦੀ ਸੇਵਾ ਕਰਦੇ ਦੇਖੇ ਜਾਂਦੇ ਨੇ, ਉਹਨੂੰ ਸਾਂਭਦੇ ਸੰਭਾਲਦੇ ਦੇਖੇ ਜਾਂਦੇ ਨੇ, ਪਰ ਜਿਸ ਦਿਨ
ਪਿਓ ਪੁੱਤਾਂ ਦੇ ਨਾਮ ਜ਼ਮੀਨ ਕਰ ਦਿੰਦਾ, ਉਸ ਦਿਨ ਪਿਓ ਦੀ ਕੋਈ ਬਾਤ ਨਹੀਂ ਪੁੱਛਦਾ। ਐਸਾ ਅਕਸਰ ਦੇਖਿਆ ਗਿਆ। ਇਹ ਪਿਆਰ ਝੂਠਾ ਹੈ, ਇਹ ਝੂਠਾ ਹੈ। ਸੱਚਾ ਪ੍ਰੇਮ ਉਹ ਜ਼ਮੀਨ ਨਾਲ ਜਾਂ ਪੈਸੇ ਨਾਲ ਜਾਂ ਕਿਸੇ ਚੀਜ਼ ਕਰਕੇ ਨਹੀਂ ਹੈ, ਕਿਸੇ ਚੀਜ਼ ਨਾਲ ਜੁੜਿਆ ਹੋਇਆ ਨਹੀਂ ਹੈ। ਜ਼ਮੀਨ ਹੋਵੇ ਨਾ ਹੋਵੇ, ਉਹ ਆਪਣੇ ਬਾਪ ਦੀ ਸੇਵਾ ਕਰਦਾ ਹੈ, ਸਾਂਭ ਸੰਭਾਲ ਕਰਦਾ ਹੈ। ਬਾਪ ਕੋਲ ਕੁਝ ਵੀ ਨਾ ਹੋਵੇ, ਉਹ ਫਿਰ ਵੀ ਉਹਦੀ ਸੇਵਾ ਕਰਦਾ ਹੈ, ਉਹਨੂੰ ਪ੍ਰੇਮ ਕਰਦਾ ਹੈ। ਸਤਿਗੁਰੂ ਕਹਿੰਦੇ ਸੱਚਾ ਪਿਆਰ ਇਹ ਹੈ। ਇਸ ਲਈ ਸੁਹਾਗਣੀ ਉਹ ਹੈ ਜਿਹੜੀ ਕਿਸੇ ਚੀਜ਼ ਦੀ ਖਾਤਰ ਆਪਣੇ ਪਤੀ ਨਾਲ ਨਹੀਂ ਜੁੜੀ, ਉਹ ਪ੍ਰੇਮ ਦੀ ਖਾਤਰ ਜੁੜੀ, ਕਿਉਂਕਿ ਉਹਦੇ ਨਾਲ ਜੁੜ ਕੇ ਹੀ ਸੁੱਖ ਹੈ। ਸੋ ਸਾ ਸੁਹਾਗਣੀ ਸਾਚੀ ਉਹ ਸੱਚੀ ਹੈ, ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਉਰਤਾਰ। ਉਹ ਆਪਣੇ ਪ੍ਰਭੂ ਪਤੀ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੀ, ਆਪਣੇ ਹਿਰਦੇ ਵਿੱਚ ਵਸਾ ਰੱਖਦੀ। ਨੇੜੇ ਵੇਖੈ ਸਦਾ ਹਜ਼ੂਰ। ਉਹ ਆਪਣੇ ਪਤੀ ਪ੍ਰਮਾਤਮਾ ਨੂੰ ਹਮੇਸ਼ਾ ਨੇੜੇ ਕਰਕੇ ਵੇਖਦੀ, ਉਹਨੂੰ ਆਪਣਾ ਪਤੀ ਨੇੜੇ ਦਿਸਦਾ, ਉਹਨੂੰ ਕਦੀ ਦੂਰ ਜਾਪਦਾ ਹੀ ਨਹੀਂ, ਉਹਨੂੰ ਹਮੇਸ਼ਾ ਹੀ ਨੇੜੇ ਕਿ ਮੇਰੇ ਕੋਲ ਹੈ, ਮੇਰੇ ਅੰਦਰ ਹੀ ਹੈ। ਇਸ ਲਈ ਆਪਣੇ ਮਨ ਹੀ ਮਨ ਵਿੱਚ ਉਹਦੇ ਨਾਲ ਗੱਲਾਂ ਕਰ ਲੈਂਦੀ, ਆਪਣੇ ਮਨ ਹੀ ਮਨ ਵਿੱਚ ਉਹਦੇ ਦਰਸ਼ਨ ਕਰ ਲੈਂਦੀ, ਆਪਣੇ ਮਨ ਹੀ ਵਿੱਚ ਉਸ ਦੀ ਸੇਵਾ ਕਰ ਲੈਂਦੀ। ਇਸ ਲਈ ਸਤਿਗੁਰੂ ਕਹਿੰਦੇ ਸਦਾ ਹਦੂਰ, ਹਮੇਸ਼ਾ ਨੇੜੇ। ਨੇੜੇ ਵੇਖੈ ਸਦਾ ਹਦੂਰ, ਮੇਰਾ ਪ੍ਰਭ ਸਰਬ ਰਹਿਆ ਭਰਪੂਰ। ਕਿ ਮੇਰਾ ਪ੍ਰਭੂ ਸਾਰੀਆਂ ਥਾਵਾਂ ਦੇ ਵਿੱਚ ਭਰਪੂਰ ਹੈ, ਸਭ ਥਾਈਂ ਵਸਿਆ ਹੋਇਆ। ਆਗੇ ਜਾਤ ਰੂਪ ਨਾ ਜਾਏ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਦਰ ਅੱਗੇ ਨਾ ਤਾਂ ਜਾਤ ਜਾਂਦੀ ਹੈ ਤੇ ਨਾ ਰੂਪ। ਬੰਦੇ ਨੂੰ ਦੋਨਾਂ ਚੀਜ਼ਾਂ ਦਾ ਹੰਕਾਰ ਹੁੰਦਾ, ਉੱਚੀ ਜਾਤ ਦਾ ਤੇ ਸੋਹਣੇ ਰੂਪ ਦਾ। ਸਤਿਗੁਰੂ ਕਹਿੰਦੇ ਨਾ ਤੇ ਸੋਹਣਾ ਰੂਪ ਉਹਦੇ ਦਰ ਜਾਂਦਾ ਹੈ, ਨਾ ਤੇ ਜਾਤ ਜਾਂਦੀ। ਇਹ ਸੋਹਣਾ ਰੂਪ ਵੀ ਮਿੱਟੀ ਦੇ ਵਿੱਚ ਮਿੱਟੀ ਹੋ ਜਾਂਦਾ ਹੈ, ਕਬਰ ਵਿੱਚ ਦਫਨ ਹੋ ਜਾਂਦਾ ਹੈ, ਜਾਂ ਚਿਖਾ ਤੇ ਸੜ ਕੇ ਸੁਆਹ ਹੋ ਜਾਂਦਾ ਹੈ, ਤੇ ਨਾਲ ਹੀ ਜਾਤ ਸੜ ਜਾਂਦੀ। ਇਸ ਲਈ ਸਤਿਗੁਰੂ ਕਹਿੰਦੇ ਨਾ ਉਹਦੇ ਦਰ ਜਾਤ ਪਹੁੰਚਦੀ ਹੈ, ਨਾ ਉਹਦੇ ਦਰ ਰੂਪ ਪਹੁੰਚਦਾ ਹੈ। ਆਗੇ ਜਾਤ ਰੂਪ ਨਾ ਜਾਏ, ਫਿਰ ਕੀ ਜਾਂਦਾ ਹੈ? ਸਤਿਗੁਰੂ ਕਹਿੰਦੇ ਤੇਹਾ ਹੋਵੇ ਉਹ ਹੀ ਹੁੰਦਾ ਜਿਹੇ ਕਰਮ ਕਮਾਏ। ਬੰਦਾ ਜਿਹੋ ਜਿਹੇ ਆਪਣੇ ਜੀਵਨ ਦੇ ਵਿੱਚ ਕਰਮ ਕਮਾਉਂਦਾ ਹੈ। ਜੋ ਅਸੀਂ ਕਰਮ ਜੀਵਨ ਵਿੱਚ ਕਮਾਏ ਨੇ, ਇਹ ਸਾਡੇ ਨਾਲ ਜਾਂਦੇ ਨੇ, ਨਾ ਕਿ ਰੂਪ ਨਾ ਕਿ ਜਾਤ। ਨਾ ਜਾਤ ਨਾਲ ਜਾਂਦੀ, ਨਾ ਰੂਪ ਨਾਲ ਜਾਂਦਾ, ਨਾ ਦੌਲਤ ਸ਼ੌਹਰਤ ਨਾਲ ਜਾਂਦੀ। ਬੰਦੇ ਦੇ ਕੀਤੇ ਕਰਮ ਹੀ ਬੰਦੇ ਦੇ ਨਾਲ ਨਿਭਦੇ ਨੇ। ਸ਼ਬਦੇ ਉੱਚੋ ਉੱਚਾ ਹੋਏ। ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਸਤਿਗੁਰੂ ਕਹਿੰਦੇ ਉਹ ਉੱਚਾ ਹੋ ਜਾਂਦਾ ਹੈ। ਉਹਦਾ ਆਤਮਿਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਬਹੁਤ ਉੱਚਾ ਹੈ। ਗੁਰੂ ਦਾ ਸ਼ਬਦ ਬੜਾ ਉੱਚਾ ਹੈ, ਤੇ ਉੱਚੇ ਨਾਲ ਜੁੜ ਕੇ ਬੰਦਾ ਉੱਚਾ ਹੋ ਹੀ ਜਾਂਦਾ ਹੈ। ਉਸ ਉੱਚੇ ਨਾਲ ਜੁੜ ਕੇ ਸਾਡਾ ਆਤਮਿਕ ਜੀਵਨ ਉੱਚਾ ਹੋ ਜਾਂਦਾ ਹੈ। ਨਾਨਕ ਸਾਚ ਸਮਾਵੈ ਸੋਏ। ਜਿਹੜਾ ਗੁਰੂ ਦੇ ਸੱਚੇ ਸ਼ਬਦ ਨਾਲ ਜੁੜਿਆ, ਸਤਿਗੁਰੂ ਕਹਿੰਦੇ ਉਹ ਸੱਚ ਵਿੱਚ ਸਮਾ ਗਿਆ, ਉਹ ਸੱਚ ਵਿੱਚ ਲੀਨ ਹੋ ਗਿਆ, ਉਹ ਸੱਚੇ ਵਾਹਿਗੁਰੂ ਵਿੱਚ ਸਮਾ ਗਿਆ। ਨਾਨਕ ਸਾਚ ਸਮਾਵੈ ਸੋਏ, ਉਹ ਸੱਚ ਵਿੱਚ ਸਮਾਇਆ, ਸੱਚ ਵਿੱਚ ਲੀਨ ਹੋਇਆ। ਸਤਿਗੁਰੂ ਰਹਿਮਤ ਕਰੇ ਸਾਡਾ ਸਾਰਿਆਂ ਦਾ ਮਨ ਗੁਰੂ ਦੇ ਉੱਚੇ ਸ਼ਬਦ ਨਾਲ ਜੁੜੇ ਅਤੇ ਸ਼ਬਦ ਨਾਲ ਜੁੜ ਕੇ ਉਸ ਸੱਚੇ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ। ਹੋਈਆਂ ਭੁੱਲਾਂ ਲਿਖੀਆਂ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।